ਪੰਜਾਬਿਸਤਾਨ ਦੀ ਜਾनिब ਤੋਂ ਜਨਾਬ ਡਾਕਟਰ ਨਰਿੰਦਰ ਸਿੰਘ ਕਪੂਰ ਜੀ ਦੀ ਰਚਨਾ ਸੁਕਰਾਤ ਨੂੰ ਯਾਦ ਕਰਦਿਆਂ ਭਾਗ ਪਹਿਲਾ। ਕਿਤਾਬ ਦਰ ਦਰਵਾਜ਼ੇ। ਸੁਕਰਾਤ ਵਿਸ਼ਵ ਦੇ ਹਿਰਦੇ ਵਿੱਚ ਵਸਦਾ ਹੈ। ਜਦੋਂ ਵੀ ਜਿੱਥੇ ਵੀ ਗਿਆਨ ਦੀ ਗੱਲ ਚੱਲਦੀ ਹੈ, ਗੱਲ ਚਲਦੀ ਚਲਦੀ ਸੁਕਰਾਤ ਤੱਕ ਅਪੜ ਜਾਂਦੀ ਹੈ। ਪਿਆਰਾ ਅਤੇ ਸਨਮਾਨਯੋਗ ਵਿਅਕਤੀ ਉਹ ਹੁੰਦਾ ਹੈ ਜਿਸ ਦੀ ਮਹਿਮਾ ਗਾਉਣ ਵਾਲੇ ਵੀ ਸਨਮਾਨਯੋਗ ਸਮਝੇ ਜਾਂਦੇ ਹਨ। ਮਹਾਂਪੁਰਸ਼ ਉਹ ਹੁੰਦਾ ਹੈ ਜਿਸ ਦੀਆਂ ਗੱਲਾਂ ਦੱਸਣ ਨਾਲ ਵਿਵਾਦ ਮੁੱਕ ਜਾਂਦਾ ਹੈ ਅਤੇ ਸਹਿਮਤੀ ਉਪਜ ਪੈਂਦੀ ਹੈ। ਸੁਕਰਾਤ ਗਿਆਨ ਦੇ ਮਿੱਠੇ ਚਸ਼ਮੇ ਦਾ ਪਾਣੀ ਸੀ। ਕੁਝ ਨਾਂ ਸੰਸਾਰ ਤੇ ਸਦੀਆਂ ਤੱਕ ਨਿਰੰਤਰ ਅਤੇ ਸ਼ਾਹਾਨਾ ਰਾਜ ਕਰਦੇ ਹਨ। ਸੁਕਰਾਤ ਅਤੇ ਬੁੱਧ ਅਜਿਹੇ ਹੀ ਨਾਂ ਹਨ। ਮਹਾਨਤਾ ਹਮੇਸ਼ਾ ਸਦੀਆਂ ਵਿੱਚ ਮਾਪੀ ਜਾਂਦੀ ਹੈ। ਬਾਦਸ਼ਾਹ ਇਤਿਹਾਸ ਦੇ ਗੁਲਾਮ ਹੁੰਦੇ ਹਨ, ਜਦੋਂ ਕਿ ਪੈਗੰਬਰ, ਮਹਾਂਪੁਰਸ਼ ਅਤੇ ਦਰਵੇਸ਼ ਇਤਿਹਾਸ ਦੇ ਮਾਲਕ ਹੁੰਦੇ ਹਨ। ਇਹ ਪੈਗੰਬਰ ਗਰੀਬ ਸਨ, ਪਰ ਇਹਨਾਂ ਨੇ ਰੂਹਾਨੀ ਬਾਦਸ਼ਾਹਾਂ ਵਾਂਗ ਸੋਚਿਆ ਅਤੇ ਨੈਤਿਕ ਅਮੀਰੀ ਹੰਢਾਈ। ਧਨ ਦੀ ਅਮੀਰੀ ਕਿਧਰੇ ਵੀ ਮਹਾਨ ਬਣਨ ਦਾ ਵਸੀਲਾ ਨਹੀਂ ਹੁੰਦੀ। ਇਤਿਹਾਸ ਨਾਲ ਕੋਈ ਕੁਰਬਾਨੀ ਕਰਕੇ, ਕੋਈ ਕਿਸੇ ਗੁਣ ਕਾਰਨ, ਕੋਈ ਗਿਆਨ ਨਾਲ, ਉਪਕਾਰ, ਕਾਰਨਾਮੇ ਜਾਂ ਜੱਦੋ-ਜਹਿਦ ਨਾਲ ਜੁੜਦਾ ਹੈ। ਬੁੱਧ ਅਤੇ ਮਹਾਵੀਰ ਰਾਜਕੁਮਾਰ ਸਨ, ਪਰ ਪ੍ਰਸਿੱਧ ਉਹ ਰਾਜ ਮਹਿਲਾਂ ਨੂੰ ਤਿਆਗ ਕੇ ਹੀ ਹੋਏ। ਮਹਾਂਪੁਰਸ਼ ਆਪਣਾ ਸਭ ਕੁਝ ਸੰਸਾਰ ਨੂੰ ਸੌਂਪ ਦਿੰਦੇ ਹਨ, ਪਰ ਸੰਸਾਰ ਕੋਲ ਉਹਨਾਂ ਨੂੰ ਦੇਣ ਲਈ ਕੁਝ ਨਹੀਂ ਹੁੰਦਾ। ਮਹਾਂਪੁਰਸ਼ ਆਪਣੇ ਜੀਵਨ ਵਿੱਚ ਅਪਮਾਨ ਹੀ ਹੰਢਾਉਂਦੇ ਹਨ, ਪ੍ਰਸ਼ੰਸਾ ਆਉਣ ਵਾਲੀਆਂ ਪੀੜ੍ਹੀਆਂ ਹੀ ਕਰਦੀਆਂ ਹਨ। ਸੁਕਰਾਤ ਕਿਸੇ ਵਿਅਕਤੀ ਦਾ ਨਾਂ ਨਹੀਂ, ਸਦੀਵੀ ਗਿਆਨ ਦਾ ਨਾਂ ਸੁਕਰਾਤ ਹੈ। ਸੁਕਰਾਤ ਸੰਸਾਰ ਦਾ ਪਹਿਲਾ ਫਿਲਾਸਫਰ ਸੀ ਜਿਹੜਾ ਗਿਆਨ ਦੀ ਸ਼ਕਤੀ ਨਾਲ ਜੀਵਿਆ। ਉਸ ਨੇ ਦੱਸਿਆ ਕਿ ਇੱਕ ਵਿਦਵਾਨ ਨੂੰ ਕਿਵੇਂ ਸੋਚਣਾ ਚਾਹੀਦਾ ਹੈ। ਸੁਕਰਾਤ ਨੇ ਪੱਛਮੀ ਸੱਭਿਆਚਾਰ ਦੀ ਨੀਂਹ ਰੱਖੀ ਅਤੇ ਹਰ ਮਹੱਤਵਪੂਰਨ ਵਿਸ਼ੇ 'ਤੇ ਆਪਣੇ ਵਿਚਾਰ ਪ੍ਰਗਟਾਏ। ਸੁਕਰਾਤ ਸੰਸਾਰ ਦਾ ਪਹਿਲਾ ਮਹਾਨ ਚਿੰਤਕ ਸੀ ਜਿਸ ਨਾਲ ਫਲਸਫੇ ਦਾ ਜਨਮ ਹੋਇਆ। ਫਲਸਫਾ ਬੌਧਿਕ ਸੁਤੰਤਰਤਾ 'ਤੇ ਟਿਕਿਆ ਹੁੰਦਾ ਹੈ। ਧਰਮ ਵਿੱਚ ਇਹ ਸੁਤੰਤਰਤਾ ਨਹੀਂ ਹੁੰਦੀ। ਇਸੇ ਕਰਕੇ ਧਰਮ ਵੀ ਫਲਸਫੇ ਦੇ ਘਾਟ ਤੋਂ ਪਾਣੀ ਪੀਂਦਾ ਹੈ। ਫਲਸਫਾ ਬੁੱਧੀ ਅਤੇ ਆਤਮਾ ਦੇ ਵਿਚਕਾਰ ਵਸਦਾ ਹੈ। ਸੁਕਰਾਤ ਨੇ ਆਪ ਸੋਚਿਆ ਅਤੇ ਸੰਸਾਰ ਨੂੰ ਸੋਚਣ ਦੀ ਵਿਧੀ ਅਤੇ ਪ੍ਰੇਰਨਾ ਦਿੱਤੀ। ਸੁਕਰਾਤ ਦਾ ਪ੍ਰਭਾਵ ਇਤਨਾ ਡੂੰਘਾ ਅਤੇ ਵਿਸ਼ਾਲ ਸੀ ਕਿ ਲੋਕ ਆਪਣੀਆਂ ਸਿਆਣੀਆਂ ਗੱਲਾਂ ਸੁਕਰਾਤ ਦੇ ਨਾਂ ਨਾਲ ਜੋੜ ਦਿੰਦੇ ਸਨ ਅਤੇ ਕਿਸੇ ਵੀ ਸਿਆਣੀ ਗੱਲ ਸੁਣਨ ਵਾਲੇ ਕਿਹਾ ਕਰਦੇ ਸਨ ਕਿ ਉਸ ਨੇ ਉਹ ਗੱਲ ਜ਼ਰੂਰ ਸੁਕਰਾਤ ਤੋਂ ਸੁਣੀ ਹੋਵੇਗੀ। ਇੰਜ ਲੱਗਦਾ ਹੈ ਜਿਵੇਂ ਗਿਆਨ ਦਾ ਆਰੰਭ ਹੀ ਸੁਕਰਾਤ ਤੋਂ ਹੋਇਆ ਸੀ। ਮਿਸਰੀ ਸੱਭਿਅਤਾ ਯੂਨਾਨੀ ਸੱਭਿਅਤਾ ਤੋਂ ਹਜ਼ਾਰਾਂ ਸਾਲ ਪੁਰਾਣੀ ਸੀ, ਪਰ ਫਲਸਫੇ ਨੂੰ ਉਸਾਰਨ ਦਾ ਕਾਰਜ ਯੂਨਾਨੀ ਸੱਭਿਅਤਾ ਦੇ ਥੰਮ ਸੁਕਰਾਤ ਨੇ ਕੀਤਾ। ਫਲਸਫੇ, ਪਰਿਭਾਸ਼ਾਵਾਂ ਅਤੇ ਤਰਕ ਉਸਾਰਨ ਦਾ ਹੁਨਰ ਯੂਨਾਨੀਆਂ ਦੇ ਕੋਲ ਸੀ, ਜਿੱਥੋਂ ਦੀ ਸੁਕਰਾਤ, ਪਲੈਟੋ, ਅਰਸਤੂ ਦੀ ਤ੍ਰਿਮੂਰਤੀ ਨੇ ਯੂਨਾਨ ਦਾ ਨਾਂ ਸਾਰੇ ਸੰਸਾਰ ਵਿੱਚ ਪ੍ਰਸਿੱਧ ਕੀਤਾ ਹੈ। ਇਹ ਤਿੰਨੇ ਇੱਕ ਦੂਜੇ ਵਿੱਚ ਘੁਲੇ ਮਿਲੇ ਹੋਏ ਹਨ। ਇੱਕ ਨੂੰ ਵੇਖੋ ਦੂਜਾ ਉਜਾਗਰ ਹੋ ਜਾਂਦਾ ਹੈ। ਸੁਕਰਾਤ ਨੇ ਆਪ ਕੁਝ ਨਹੀਂ ਲਿਖਿਆ, ਉਹ ਬੋਲਦਾ ਹੀ ਸੀ। ਉਸ ਬਾਰੇ ਸਾਰੀ ਜਾਣਕਾਰੀ ਉਸ ਦੇ ਸ਼ਿਸ਼ ਪਲੈਟੋ ਦੀਆਂ ਲਿਖਤਾਂ ਵਿੱਚੋਂ ਮਿਲਦੀ ਹੈ। ਸੁਕਰਾਤ ਦੇ ਮੁੱਢਲੇ ਜੀਵਨ ਬਾਰੇ ਬਹੁਤ ਵੇਰਵੇ ਨਹੀਂ ਮਿਲਦੇ। ਸੁਕਰਾਤ 469 ਪੂਰਵ ਈਸਵੀ ਵਿੱਚ ਜਨਮਿਆ। ਉਸ ਦਾ ਪਿਤਾ ਰਾਜ ਮਿਸਤਰੀ ਸੀ। ਉਹ ਇੱਕ ਮੌਲਿਕ ਚਿੰਤਕ ਵਜੋਂ ਬਚਪਨ ਵਿੱਚ ਹੀ ਪ੍ਰਮਾਣ ਦੇਣ ਲੱਗ ਪਿਆ ਸੀ। ਆਮ ਧਾਰਨਾ ਹੈ ਕਿ ਸੁਕਰਾਤ ਦੀ ਪਤਨੀ ਬੜੀ ਲੜਾਕੀ ਸੀ। ਵਾਸਤਵ ਵਿੱਚ ਹਰੇਕ ਮਹਾਨ ਵਿਅਕਤੀ ਦੀ ਪਤਨੀ ਨੂੰ ਗਲਤ ਸਮਝੇ ਜਾਣ ਜਾਂ ਗੁਮਨਾਮੀ ਦਾ ਸੰਤਾਪ ਹੰਢਾਉਣਾ ਪੈਂਦਾ ਹੈ। ਸੁਕਰਾਤ ਦੀ ਪਤਨੀ ਜ਼ਨਥਿਪੀ ਬਾਰੇ ਕਈ ਕਥਾਵਾਂ ਪ੍ਰਚਲਿਤ ਹਨ। ਇੱਕ ਵਾਰੀ ਕੌੜੀਆਂ ਤਤੀਆਂ ਸੁਣਾਉਣ ਉਪਰੰਤ ਚਿੜ ਕੇ ਜਦੋਂ ਉਸਨੇ ਸੁਕਰਾਤ 'ਤੇ ਗੰਦੇ ਪਾਣੀ ਦੀ ਬਾਲਟੀ ਉਲਟਾ ਦਿੱਤੀ ਤਾਂ ਗੁੱਸੇ ਵਿੱਚ ਆਏ ਆਪਣੇ ਸ਼ਿਸ਼ ਨੂੰ ਸੁਕਰਾਤ ਨੇ ਸ਼ਾਂਤ ਕਰਦਿਆਂ ਕਿਹਾ, ਮੇਰੀ ਪਤਨੀ ਮੇਰੀ ਪ੍ਰੇਰਨਾ ਹੈ। ਇਹ ਠੋਕ ਠੋਕ ਕੇ ਪਰਖਦੀ ਹੈ ਕਿ ਮੇਰੇ ਵਿੱਚ ਸਹਿਨਸ਼ੀਲਤਾ ਹੈ ਕਿ ਨਹੀਂ। ਇਹ ਵੇਖਦੀ ਹੈ ਕਿ ਸੁਕਰਾਤ ਕੱਚਾ ਹੈ ਕਿ ਪੱਕਾ ਹੈ। ਵਾਸਤਵ ਵਿੱਚ ਸੁਕਰਾਤ ਦੀ ਪਤਨੀ ਇੱਕ ਪ੍ਰਸਿੱਧ ਪਰਿਵਾਰ ਵਿੱਚੋਂ ਸੀ, ਪਰ ਉਸ ਦੇ ਪਿਤਾ ਕੋਲ ਦਾਜ ਦੇਣ ਦੀ ਸਮਰੱਥਾ ਨਾ ਹੋਣ ਕਾਰਨ
ਉਸ ਦਾ ਵਿਆਹ ਗਰੀਬ ਸੁਕਰਾਤ ਨਾਲ ਹੋ ਗਿਆ। ਪਤਨੀ ਦੀ ਆਵਾਜ਼ ਰੋਹਬਦਾਰ ਸੀ ਅਤੇ ਸਾਰੇ ਸਮਝਦੇ ਸਨ ਕਿ ਉਹ ਆਪਣੇ ਉੱਚੇ ਪਰਿਵਾਰ ਦਾ ਮਾਣ ਕਰਦੀ ਸੀ। ਉਸ ਨੇ 3 ਪੁੱਤਰਾਂ ਨੂੰ ਜਨਮ ਦਿੱਤਾ। ਪਤਨੀ ਚਾਹੁੰਦੀ ਸੀ ਕਿ ਸੁਕਰਾਤ ਹੋਰਾਂ ਨੂੰ ਗਿਆਨ ਦੇਣ ਦੀ ਫੀਸ ਵਸੂਲਿਆ ਕਰੇ ਤਾਂ ਜੋ ਘਰ ਦਾ ਗੁਜ਼ਾਰਾ ਚੱਲੇ, ਪਰ ਸੁਕਰਾਤ ਗਿਆਨ ਵੇਚਣ ਲਈ ਤਿਆਰ ਨਹੀਂ ਸੀ। ਸੁਕਰਾਤ ਦਾ ਗੁਜ਼ਾਰਾ ਦੋਸਤਾਂ ਦੀ ਮਾਇਕ ਮਦਦ ਨਾਲ ਹੀ ਚੱਲਦਾ ਸੀ। ਦੋਸਤਾਂ ਲਈ ਸੁਕਰਾਤ ਵਿਦਵਾਨ ਸੀ, ਪਰ ਪਤਨੀ ਉਸ ਨੂੰ ਵਿਹਲਾ ਆਦਮੀ ਹੀ ਸਮਝਦੀ ਸੀ। ਸੁਕਰਾਤ ਵੀ ਪਤਨੀ ਨਾਲ ਪਤੀ ਵਾਂਗ ਨਹੀਂ, ਫਿਲਾਸਫਰ ਵਾਂਗ ਪੇਸ਼ ਆਉਂਦਾ ਸੀ। ਪਰਿਵਾਰਕ ਜ਼ਿੰਮੇਵਾਰੀਆਂ ਪ੍ਰਤੀ ਸੁਕਰਾਤ ਸਾਰਾ ਜੀਵਨ ਲਾਪਰਵਾਹ ਹੀ ਰਿਹਾ। ਸੁਕਰਾਤ ਵਿਦਵਾਨਾਂ ਵਾਲਾ ਚੋਗਾ ਪਾ ਕੇ ਐਥਨਸ ਦੀਆਂ ਗਲੀਆਂ ਵਿੱਚ ਘੁੰਮਦਾ ਰਹਿੰਦਾ ਸੀ ਅਤੇ ਲੋਕ ਉਸ ਨੂੰ ਖਿਲਾਰ ਕੇ ਆਪਣੇ ਸ਼ੰਕੇ ਨਿਵਰਤ ਕਰਦੇ ਸਨ। ਉਸ ਸਮੇਂ ਸ਼ਬਦਕੋਸ਼ ਨਹੀਂ ਹੁੰਦੇ ਸਨ। ਕਿਸੇ ਸ਼ਬਦ ਦੇ ਜੋ ਅਰਥ ਸੁਕਰਾਤ ਦੱਸਦਾ ਸੀ ਉਹ ਪ੍ਰਵਾਨ ਹੋ ਜਾਂਦੇ ਸਨ। ਨਿਰਸੰਦੇਹ ਉਸ ਦੀ ਪਤਨੀ ਵਾਂਗ ਕਈ ਸਮਕਾਲੀ ਵੀ ਉਸ ਦਾ ਮਖੌਲ ਉਡਾਉਂਦੇ ਸਨ, ਪਰ ਕਈ ਵਾਰੀ ਉਹ ਆਪਣੇ ਆਪ ਤੇ ਵੀ ਮਖੌਲੀਆ ਵਾਰ ਕਰ ਜਾਂਦਾ ਸੀ। ਇੱਕ ਵਾਰੀ ਕਿਸੇ ਵੱਲੋਂ ਵਿਆਹ ਕਰਵਾਉਣ ਜਾਂ ਨਾ ਕਰਵਾਉਣ ਬਾਰੇ ਪੁੱਛਣ ਤੇ ਸੁਕਰਾਤ ਨੇ ਕਿਹਾ ਸੀ, ਜਿਹੜਾ ਵੀ ਫੈਸਲਾ ਕਰੋਗੇ ਪਛਤਾਓਗੇ, ਪਰ ਵਿਆਹ ਕਰਵਾਉਣ ਦਾ ਲਾਭ ਹੀ ਹੈ, ਕਿਉਂਕਿ ਜੇ ਪਤਨੀ ਚੰਗੀ ਮਿਲ ਗਈ ਤਾਂ ਆਨੰਦ ਮਾਣੋਗੇ, ਪਰ ਜੇ ਭੈੜੀ ਮਿਲ ਗਈ ਤਾਂ ਮੇਰੇ ਵਾਂਗ ਫਿਲੋਸਫਰ ਤਾਂ ਬਣ ਹੀ ਜਾਓਗੇ। ਜੋ ਵੀ ਜਦੋਂ ਵੀ ਸੁਕਰਾਤ ਬਾਰੇ ਲਿਖਦਾ ਹੈ ਉਹ ਸੁਕਰਾਤ ਪ੍ਰਤੀ ਸ਼ਰਧਾਂਜਲੀ ਬਣ ਜਾਂਦੀ ਹੈ। ਸੰਸਾਰ ਵਿੱਚ ਪਹਿਲੀ ਵਾਰ ਕਿਸੇ ਵਿਅਕਤੀ ਦਾ ਨਾਂ ਉਸ ਦੇ ਦੇਸ਼ ਦੇ ਨਾਂ ਨਾਲੋਂ ਵੀ ਵੱਡਾ ਹੋ ਗਿਆ ਹੈ। ਸੁਕਰਾਤ ਵਿਦਵਾਨਾਂ ਦਾ ਬੁੱਧ ਸੀ। ਉਹ ਗਿਆਨ ਦਾ ਚੱਲਦਾ ਫਿਰਦਾ ਮੱਕਾ ਸੀ। ਸੁਕਰਾਤ ਦਾ ਦਿਮਾਗ ਫਲਸਫੇ ਦੀ ਰਾਜਧਾਨੀ ਸੀ। ਸੁਕਰਾਤ ਕਾਰਨ ਯੂਨਾਨ ਦੇ ਅੰਨ੍ਹਿਆਂ ਕੋਲ ਵੀ ਗਿਆਨ ਦਾ ਚਾਨਣ ਸੀ। ਜਦੋਂ ਰੋਮਨ ਸੱਭਿਅਤਾ ਗਿਆਨ ਦੀਆਂ ਮੋਮਬੱਤੀਆਂ ਲੱਭ ਰਹੀ ਸੀ, ਉਸ ਸਮੇਂ ਯੂਨਾਨ ਫਲਸਫੇ ਦੀਆਂ ਮਸ਼ਾਲਾਂ ਬਾਲ ਰਿਹਾ ਸੀ। ਪਲੈਟੋ ਸੁਕਰਾਤ ਦਾ ਅਜਿਹਾ ਵਿਦਿਆਰਥੀ ਸੀ ਜਿਸ ਵਿਦਿਆਰਥੀ ਦਾ ਹਰ ਅਧਿਆਪਕ ਸੁਪਨਾ ਵੇਖਦਾ ਹੈ। ਅਜੋਕੇ ਵਿਦਵਾਨਾਂ ਦੀ ਸਭ ਤੋਂ ਵੱਡੀ ਸਮੱਸਿਆ ਸੁਕਰਾਤ ਅਤੇ ਪਲੈਟੋ ਨੂੰ ਇੱਕ ਦੂਜੇ ਤੋਂ ਨਿਖੇੜਨ ਦੀ ਹੈ। ਉਹਨਾਂ ਦੀਆਂ ਸੋਚਾਂ ਹੀ ਨਹੀਂ, ਉਹਨਾਂ ਦੀਆਂ ਆਤਮਾਵਾਂ ਵੀ ਇੱਕ ਦੂਜੇ ਵਿੱਚ ਕੁਲੀਆਂ ਹੋਈਆਂ ਹਨ, ਕੇਵਲ ਨਾਂ ਹੀ ਵੱਖ ਹਨ। ਪਲੈਟੋ ਨੇ ਆਪਣੇ ਵਿਹਾਰ ਨਾਲ ਗੁਰੂ ਸ਼ਿਸ਼ ਦੀ ਪਰਿਭਾਸ਼ਾ ਹੀ ਬਦਲ ਦਿੱਤੀ ਸੀ। ਮੁੱਢ ਵਿੱਚ ਪਲੈਟੋ ਇੱਕ ਕਵੀ ਅਤੇ ਨਾਟਕਕਾਰ ਸੀ। ਸੁਕਰਾਤ ਦੀ ਸ਼ਰਨ ਲੈਂਦਿਆਂ ਹੀ ਪਲੈਟੋ ਨੇ ਆਪਣੀਆਂ ਰਚਨਾਵਾਂ ਸਾੜ ਦਿੱਤੀਆਂ ਅਤੇ ਦਰਸ਼ਨ ਅਪਣਾ ਲਿਆ। ਸੁਕਰਾਤ ਦੀ ਮੌਤ ਸਮੇਂ ਪਲੈਟੋ 28 ਸਾਲ ਦਾ ਸੀ। ਅਗਲੇ 52 ਸਾਲ ਉਹ ਸੁਕਰਾਤ ਦੀ ਪ੍ਰਸ਼ੰਸਾ ਕਰਦਾ ਅਤੇ ਕਰਵਾਉਂਦਾ ਰਿਹਾ। ਸੁਕਰਾਤ ਦੀ ਮੌਤ ਉਪਰੰਤ ਪਲੈਟੋ ਨੇ ਸਾਰੇ ਯੂਨਾਨ ਦੀ ਪੈਦਲ ਯਾਤਰਾ ਕੀਤੀ ਅਤੇ ਯੂਨਾਨ ਦੇ ਸਾਰੇ ਲੋਕਾਂ ਨੂੰ ਸੁਕਰਾਤ ਦੇ ਵਿਚਾਰਾਂ ਤੋਂ ਜਾਣੂ ਕਰਵਾਇਆ। ਹਾਕਮਾਂ ਵੱਲੋਂ ਸੁਕਰਾਤ ਨਾਲ ਕੀਤੇ ਵਿਹਾਰ ਕਾਰਨ ਪਲੈਟੋ ਉਹਨਾਂ ਨਾਲ ਨਾਰਾਜ਼ ਸੀ। ਸੋ ਹਾਕਮਾਂ ਦੀ ਪੱਧਰ ਸੁਧਾਰਨ ਲਈ ਪਲੈਟੋ ਨੇ ਆਪਣੀ ਅਕਾਦਮੀ ਅਤੇ ਲਿਖਤਾਂ ਰਾਹੀਂ ਚੰਗੇ ਹਾਕਮ ਤਿਆਰ ਕਰਨ ਦਾ ਬੀੜਾ ਚੁੱਕਿਆ ਅਤੇ ਇਵੇਂ ਫਿਲਾਸਫਰ ਬਾਦਸ਼ਾਹ ਦਾ ਸੰਕਲਪ ਉਸਾਰਿਆ। ਪਲੈਟੋ ਦੀ ਅਕੈਡਮੀ ਸੰਸਾਰ ਦੀ ਪਹਿਲੀ ਯੂਨੀਵਰਸਿਟੀ ਸੀ। ਸੁਕਰਾਤ ਪਲੈਟੋ ਦਾ ਉਸਤਾਦ ਸੀ। ਅਰਸਤੂ ਪਲੈਟੋ ਦਾ ਵਿਦਿਆਰਥੀ ਸੀ ਅਤੇ ਅਰਸਤੂ ਅੱਗੋਂ ਸਿਕੰਦਰ ਦਾ ਅਧਿਆਪਕ ਸੀ। ਜਦੋਂ ਪਲੈਟੋ ਬੋਲਦਾ ਸੀ ਤਾਂ ਉਸ ਦੇ ਬੋਲਾਂ ਵਿੱਚੋਂ ਸੁਕਰਾਤ ਗੂੰਜਦਾ ਸੀ। ਪਲੈਟੋ ਨੇ ਆਪਣੇ ਆਦਰਸ਼ਵਾਦੀ ਫਲਸਫੇ ਨਾਲ ਸੰਸਾਰ ਵਿੱਚ ਸੋਚ ਦਾ ਮੁਹਾਨ ਮੋੜ ਦਿੱਤਾ ਸੀ। ਪਲੈਟੋ ਉਪਰੰਤ ਸੰਸਾਰ ਵਿੱਚ ਸੋਚ ਦਾ ਮੁਹਾਨ ਮੋੜਨ ਦੇ ਕਾਰਜ ਵਿੱਚ 2000 ਸਾਲ ਉਪਰੰਤ ਕਾਰਲ ਮਾਰਕਸ ਸਫਲ ਹੋਇਆ ਹੈ। ਪਰ ਆਦਰਸ਼ਵਾਦ ਅੱਜ ਵੀ ਬੜੀ ਬਲਵਾਨ ਵਿਚਾਰਧਾਰਾ ਹੈ। ਨਿਰਸੰਦੇਹ ਸੁਕਰਾਤ ਦੀ ਮਹਾਨਤਾ ਸਥਾਪਿਤ ਕਰਨ ਵਾਲਾ ਪਲੈਟੋ ਸੀ, ਜਿਹੜਾ ਆਪਣੇ ਵਿਚਾਰ ਸੁਕਰਾਤ ਦੀਆਂ ਸੋਚਾਂ ਵਿੱਚੋਂ ਉਪਜੇ ਦੱਸ ਕੇ ਆਪਣੇ ਅਤੇ ਸੁਕਰਾਤ ਲਈ ਜਸ ਖੜਦਾ ਰਿਹਾ ਸੀ। ਇਸ ਰਚਨਾ ਦਾ ਦੂਜਾ ਅਤੇ ਆਖਰੀ ਹਿੱਸਾ ਤੁਹਾਡੇ ਨਾਲ ਪਰਸੋਂ ਸਾਂਝਾ ਕੀਤਾ ਜਾਵੇਗਾ।